गुरु रू प्यारी साध संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है श्री गुरु अंगद देव जी महाराज दे प्रसंग। आओ उसका अगला हिस्सा सरवण करने की कोशिश करिए जी। 22वां है समझौतियाँ। मेरा गुरु नानक आखदी, माई दी रसना रुक गई। गल भर आया ते नैन बरस पे। कुछ चिर चुप रह के फिर बोली, सुननी हंसो, मैं तैनू मोटी ठुली गल दसनी आ। तैनू धीरज बच जाए जिस नाल वेख तू हो गई सैं गवीणे वाले घर मुकान देन। सारा दिन बीतदा सी रोंदियां पिटदियां वैण सुनदियां। 10 खां रात नू सुपने कादे लैंदी सैं। उसे रोण पिटण दे कदे रात नू शदियाने वजदे सुपने विच तक्की सानी। कदे सत्संग दी वार्ता के संतां दे दर्शन होए सानी सुपनियां विच। हंसो त्रबक के, हाँ जी ठीक सच किया ने। ओह भैड़े सुपने गवीणे दे ही आउंदे सन। विराई, हुण जद दे महाराज दे दर्शन कीते नी 10 खां राती सुपने की वेखे नी। हंसो, पहला तां मां बिन सुपना सुती ढूंगी नींदे। जाग खुल के फिर सुती तां कीर्तन होंदा डिठा ते सुनिया भी। तुसीं दिसे, बाबा जी दिसे, झावले पैण के गुरु जी दीवान विच आए के आए। विराई, सो बीबिया नींद एक निक्की जही मौत समझ जो आवाजाई वाली है। आई ते चली भी गई। सुता मोया एक बराबर आखदे हन ना लोकी। सो बीबिया दिने जिन्ना कम्मा सोचां गल्लां विच रचीदा है, उन्हां विच रात नूं विचरीदा है। तिवें जिन्ना सोचां गल्लां कम्मां विच जीवदियां रचे रहांगे, मर के उन्हां विच ही विचरना होवेगा। ਇਹ ਗੱਲ ਸਾਡੀ ਸਮਝੇ ਪੈ ਜਾਂਦੀ ਇਸ ਤਰ੍ਹਾਂ ਸੋਚਿਆ ਕਿ ਨਾ। ਸੋ ਕੁਛ ਇਸ ਤੋਂ ਸਮਝ ਲੈ ਕਿ ਜਿਉਂਦੇ ਜੀ ਅਸਾਂ ਨਾਮ ਬਾਣੀ ਦੇ ਅਭਿਆਸ ਤੇ ਸਤਸੰਗ ਦੀ ਬਖਸ਼ੀ ਵਿਚਾਰ ਨਾਲ ਦੇਹ ਤੇ ਮਨ ਤੋਂ ਆਪੇ ਨੂੰ ਵੱਖਰਾ ਰੱਖ ਲਿਆ ਕਿ ਆਪਾ ਹੈ ਜੋਤ ਸਰੂਪ ਤੇ ਅਮਰ। ਤਦ ਫਿਰ ਮਰ ਕੇ ਸਾਡੀ ਆਤਮਾ ਆਪਣੇ ਆਪ ਨੂੰ ਅਮਰ ਤੇ ਆਪਣੇ ਸਹਿਜ ਦੇ ਸੁਭਾਅ ਵਿੱਚ ਆਪ ਨੂੰ ਆਨੰਦ ਰੂਪੀ ਲਖੇਗੀ ਨਾ। ਫਿਰ ਅੱਗੋਂ ਇਹ ਆਨੰਦ ਸਰੂਪ ਆਤਮਾ ਪਰਮ ਆਨੰਦ ਰੂਪ ਵਾਹਿਗੁਰੂ ਵਿੱਚ ਅਪੜ ਪਵੇਗੀ। ਹੰਸੋ, ਮਾਂ ਜੀ ਮਿੱਠੇ ਮਿੱਠੇ ਮਾਂ ਜੀ, ਕਿਕੂ ਮੈਂ ਅਲਣ ਨੂੰ ਨਿਸ਼ਾ ਦੇ ਘਰ ਪਹੁੰਚਾ ਦਿੱਤਾ ਨੇ। ਸਿਰ ਫੇਰ ਕੇ, ਹਾਏ ਅਜੇ ਨਾ ਜਾ ਨਾ ਮਾਂ ਮੇਰੀ, ਤੈਨੂੰ ਤਾਂ ਲੋੜ ਨਹੀਂ, ਮੇਰੀ ਖਾਤਰ ਹੀ ਰਹਿ ਪਾਓ ਨਾ। ਵਿਰਾਈ ਮੁਸਕਰਾ ਕੇ, ਭਲਾ ਹੰਸੋ, ਜੇ ਮੈਂ ਕਿਸੇ ਤਰ੍ਹਾਂ ਹੁਣ ਨਾ ਜਾਵਾਂ ਤੇਰੇ ਕੋਲ ਹੀ ਰਹਿ ਪਾਵਾਂ, ਤੂੰ ਦੱਸ ਜਦੋਂ ਤੇਰੀ ਵਾਰੀ ਜਾਣ ਦੀ ਆਵੇਗੀ ਉਦੋਂ ਫਿਰ ਤੂੰ ਮੇਰੇ ਆਖੇ ਮੇਰੇ ਪਾਸ ਰਹਿ ਪਵੇਂਗੀ। ਹੰਸੋ ਸੋਚੀ ਪੈ ਗਈ। ਫਿਰ ਸਿਰ ਫੇਰ ਕੇ ਬੋਲੀ, ਮੇਰੇ ਵਸ ਹੋਵੇ ਤਾਂ ਕਦੇ ਨਾ ਜਾਵਾਂ। ਮਾਂ ਆਪਣੇ ਵਸ ਦੀ ਗੱਲ ਨਹੀਂ ਨਾ। ਵਿਰਾਈ, ਜਦ ਵਸ ਨਹੀਂ ਫਿਰ ਜਾਣਾ ਤਾਂ ਟਲ ਹੋਏਗਾ ਨਾ। ਹੁਣ ਰਹਿ ਗਈ ਗੱਲ ਅੱਗੇ ਪਿੱਛੇ ਜਾਣ ਦੀ। ਕੋਈ 4 ਦਿਨ ਪਹਿਲੇ ਕੋਈ ਪਿੱਛੇ, ਮੈਂ ਹੁਣ ਜਾਸਾਂ ਤੂੰ ਮਗਰੋਂ ਆ ਜਾਸੇ। ਵਿਛੋੜਾ ਹੈ ਕੁਝ ਸਮੇਂ ਲਈ, ਸਦਾ ਲਈ ਤਾਂ ਨਹੀਂ, ਨਾ ਅੱਡ ਹੋ ਜਾਣਾ। ਹੰਸੋ, ਸੱਚ ਪਿਆਨੇ ਹੋ, ਪਰ ਦੇਖ ਮਾਂ ਫਿਰ ਵੀ ਵਿਛੜਨ ਨੂੰ ਨਹੀਂ ਉਹ ਦਿਲ ਕਰਦਾ। ਠੰਡਾ ਸਾਹ ਲੈ ਕੇ, ਮੌਤ ਔਂਤਰੀ ਲਈ ਕੋਈ ਮੌਤ ਨਾ ਬਣੀ। ਵਿਰਾਈ, ਮੌਤ ਦੀ ਮੌਤ ਲਈ ਤਾਂ ਸਤਸੰਗ ਲਦੀਦਾ ਹੈ। ਜੋ ਮੌਤ ਤੇ ਜੰਮਣ ਦੇ ਗੇੜ ਵਿੱਚੋਂ ਨਿਕਲ ਕੇ ਅਮਰ ਹੋ ਜਾਏ ਬੰਦਾ, ਅਮਰ ਹੋਏ ਤਾਂ ਮੌਤ ਆਪੇ ਮਰ ਗਈ। ਹੰਸੋ, ਕਸੀਸ ਵੱਟ ਕੇ, ਮੋਹ ਮਾਇਆ ਡਾਢੀ ਪਈ ਹੋਈ ਏ ਮਾਂ ਜੀ। ਵਿਰਾਈ, ਲੈ ਮੋਹ ਮਾਇਆ ਦੀ ਬੋਲੀ ਵਿੱਚ ਸਮਝ ਲੈ ਗੱਲ। ਬਈ ਜੋ ਤੇਰਾ ਘਰ ਵਾਲਾ ਫੌਜ ਵਿੱਚ ਨੌਕਰ ਹੋਵੇ, ਉਸਨੂੰ ਮਿਲੇ 2 ਮਾਹ ਦੀ ਛੁੱਟੀ, ਉਹ ਦੱਸ ਕਿੱਥੇ ਜਾਏਗਾ। ਮੇਰੀ ਜਾਚੇ ਤੇਰੇ ਕੋਲ ਭੱਜਾ ਆਏਗਾ ਕਿਉਂ। ਹੰਸੋ, ਮੋਹ ਜੋ ਮੇਰੇ ਨਾਲ ਬਹੁਤ ਹੋਇਆ। ਵਿਰਾਈ, ਫਿਰ ਜੇ ਅਸੀਂ ਕਿਸੇ ਮਹਾਂਪੁਰਖ ਨੂੰ ਮਿਲ ਕੇ ਕਰਤਾਰ ਨੂੰ ਪਿਆਰ ਕਰਨਾ ਸਿੱਖ ਲਈਏ ਤੇ ਉਸ ਰੱਬ ਦਾਤੇ ਦੀਆਂ ਦਿੱਤੀਆਂ ਦਾਤਾਂ ਨਾਲੋਂ ਉਸ ਦਾਤੇ ਨੂੰ ਵਧੇਕ ਪਿਆਰ ਕਰਨ ਲੱਗ ਪਈਏ ਤਾਂ ਚੋਲਾ ਛੋੜ ਕੇ ਕਿੱਥੇ ਜਾਵਾਂਗੇ। ਹੰਸੋ, ਕਰਤਾ ਪੁਰਖ ਜੀ ਕੋਲ ਜਿਸ ਨੂੰ ਪਿਆਰ ਕੀਤਾ ਹੈ ਬਹੁਤਾ। ਵਿਰਾਈ,
ਫਿਰ ਸਾਰੇ ਰੱਬ ਜੀ ਨੂੰ ਪਿਆਰ ਕਰਨ ਵਾਲੇ ਰੱਬ ਜੀ ਪਾਸ ਜਾਣਗੇ ਤਾਂ ਇੱਕ ਦੇਸੀ ਹੋਣ ਕਰਕੇ ਮਿਲ ਪੈਣਗੇ ਕਿ ਨਾ? ਹੰਸੋ, ਹਾਂਜੀ। ਵਿਰਾਈ, ਫਿਰ ਸਾਨੂੰ ਵਿਛੋੜਿਆਂ ਵੇਲੇ ਦੁੱਖ ਕਰਨਾ ਚਾਹੀਦਾ ਹੈ ਕਿ ਕਰਤਾ ਪੁਰਖ ਨੂੰ ਪਿਆਰ ਕਰਨਾ ਚਾਹੀਦਾ ਹੈ? ਜੋ ਚੋਲਾ ਛੋੜ ਕੇ ਕਰਤਾ ਪੁਰਖ ਪਾਸ ਚਲੀਏ ਤੇ ਉੱਥੇ ਜਿਵੇਂ ਕਰਤਾ ਪੁਰਖ ਨੂੰ ਭਾਵੇ, ਪਹਿਲੋਂ ਦੇ ਦੂਰ ਗਿਆ ਪਿਆਰਿਆਂ ਨੂੰ ਵੀ ਮਿਲ ਪਈਏ। ਹੰਸੋ, ਜਿਵੇਂ ਹੁਣ ਮਿਲ ਰਹੇ ਹਾਂ ਮਾਂ ਜੀ। ਵਿਰਾਈ, ਕਿੰਜ, ਕਿਸ ਹਾਲ, ਕਿਸ ਰੰਗ ਕਰਤਾ ਪੁਰਖ ਜਾਣੇ, ਪਰ ਮਿਲ ਪੈਣ ਤਾਂ ਸਹੀ ਹੋ ਗਿਆ ਤੇ ਇਹ ਸਮਝਾ ਆਈ ਹਾਂ ਕਿ ਕੁਦਰਤ ਵਿੱਚ ਵਾਦਾ ਹੀ ਵਾਦਾ ਹੈ, ਸੁਖ ਦਾ ਵਾਦਾ ਹੈ। ਰਚਨਾ ਰਚੀ ਗਈ ਦਾ ਪ੍ਰਯੋਜਨ ਕਦੇ ਦੁੱਖ ਨਹੀਂ ਹੋ ਸਕਦਾ। ਜਿਸ ਨੇ ਰਚੀ ਹੈ ਸੁੱਖਾਂ ਲਈ, ਸੁੱਖਾਂ ਦੇ ਵਾਅਦੇ ਲਈ, ਦੁੱਖ ਸਾਡਾ ਸਹੇੜ ਹਨ ਹੁਕਮੋਂ ਘੁਸ ਕੇ। ਸੋ ਜਿਸ ਹਾਲ ਜਿਵੇਂ ਤੇ ਜਿੱਥੇ ਮਿਲਾਂਗੇ ਉਹ ਸਭ ਸੁਖ ਰੂਪ ਹੋਵੇਗਾ। ਯਤਨ ਇਹ ਲੋੜੀਏ ਕਿ ਇੱਥੋਂ ਨੀਵੇਂ ਜਾਣ ਵਾਲੇ ਔਗਣਾਂ ਦੀ ਪੋਟ ਬਣ ਕੇ ਨਾਲ ਨਾ ਲੈ ਤੁਰੀਏ, ਸਾਈਂ ਦੇ ਪਿਆਰ ਦੀ ਕਮਾਈ ਨਾਲ ਲੈ ਚਲੀਏ। ਹੰਸੋ, ਰੱਬ ਦਾ ਪਿਆਰ ਕਿਹੜਾ ਸੌਖਾ ਹੈ ਅੰਮਾ। ਵਿਰਾਈ, ਸਾਡੇ ਗੁਰੂ ਨੇ ਤਾਂ ਸੌਖਾ ਕਰ ਦਿੱਤਾ ਹੈ। ਪਹਿਲਾ, ਦੇਖ ਮਾੜੇ ਕਰਮਾਂ ਤੋਂ ਬਚਣਾ ਇੱਕ ਗੱਲ ਹੈ। ਦੂਸਰਾ, ਉਸ ਦੀ ਬਾਣੀ ਪੜ੍ਹ ਕੇ ਮਨ ਨੂੰ ਲਾ ਕੇ ਕਰਤਾ ਪੁਰਖ ਨਿਰੰਕਾਰ ਦੀ ਸਿਫਤ ਸਲਾਹ ਕਰਨੀ ਦੂਜੀ ਗੱਲ ਹੈ। ਤੀਸਰਾ, ਉਸ ਦੇ ਬਖਸ਼ੇ ਨਾਮ ਨੂੰ ਜਪ ਕੇ ਸਿਮਰਨ ਬਣਾ ਲੈਣਾ, ਜੋ ਉਸ ਦੀ ਯਾਦ ਸਾਨੂੰ ਉਸ ਨਾਲੋਂ ਵਿਥ ਤੇ ਨਾ ਜਾਣ ਦੇਵੇ, ਇਹ ਤੀਜੀ ਗੱਲ। ਇਉਂ ਕਰਦਾ ਹੈ ਪਿਆਰ ਉਸ ਨੂੰ, ਪਿਆਰ ਪਿਆਰੇ ਨਾਲ ਮਿਲਾ ਦਿੰਦਾ ਏ। ਉਹ ਹੋਇਆ ਜੋ ਪਿਆਰ ਸਰੂਪ, ਫਿਰ ਹੋਇਆ ਜੋ ਉਹ ਘਟ ਘਟ ਦਾ ਵਾਸੀ, ਉਸਦੇ ਤੇ ਸਾਡੇ ਵਿਚਾਲੇ ਪਰਦਾ ਹੀ ਭੁੱਲਦਾ ਹੈ। ਸੋ ਉਸੇ ਦੀ ਬਖਸ਼ੀ ਯਾਦ ਨਾਲ ਆਖੋ, ਸਿਮਰਨ ਨਾਲ ਆਖੋ, ਨਾਮ ਨਾਲ ਆਖੋ, ਭੁੱਲ ਨੂੰ ਕਬ ਕਤਿਆ। ਫਿਰ ਜਗਤ ਦੇ ਸੁੱਖਾਂ ਤੋਂ ਵੀ ਜੋਗੀਆਂ ਵਾਂਗ ਨਾ ਵਾਂਝੇ ਗਏ। ਘਰ ਵਿੱਚ ਰਹੇ, ਧਰਮ ਕਿਰਤ ਕੀਤੀ, ਖਾਧਾ ਵੰਡਿਆ, ਅਦੋਸ਼ ਸੁੱਖ ਸਾਰੇ ਮਾਣੇ। ਜਿਸ ਵਾਹਿਗੁਰੂ ਨੇ ਸਭ ਕੁਝ ਦਿੱਤਾ ਉਸ ਦਾ ਸ਼ੁਕਰ ਕੀਤਾ, ਮਨੋਂ ਨਾ ਵਿਸਾਰਿਆ। ਉਸ ਦੀ ਦਿੱਤੀ ਦਾਤ ਨਾਲੋਂ ਉਸ ਦਾਤੇ ਨੂੰ ਵਧੇਕ ਪਿਆਰਾ ਕੀਤਾ। ਜਦੋਂ ਦੇਹ ਤੋਂ ਛੁੱਟੀ ਮਿਲੀ, ਫਿਰ ਸੁਰਤ ਆਪੇ ਉਸ ਪਿਆਰੇ ਕੋਲ ਲੈ ਜਾਏਗੀ। ਕਿਸ ਹਾਲ, ਕਿਸ ਰੰਗ, ਕਿਵੇਂ, ਉਹ ਜਾਣਦਾ ਹੈ। ਇਹ ਨਿਸ਼ਚੈ ਹੈ ਕਿ ਸਾਈਂ ਰੰਗ ਰਤੇ ਗਿਆ, ਜੋ ਹੋਊ ਹੁਣ ਤੋਂ ਚੰਗਾ ਹੋਊ। ਹੰਸੋ, ਜੀਉਂਦੀ ਰਹੇ ਸਦਾ ਮੇਰੀ ਮਾਂ। ਮੈਂ ਮੂਰਖ ਨੂੰ ਕਿਹੜੀ ਸੋਹਣੀ ਤਰ੍ਹਾਂ ਸਮਝਾਇਆ ਈ। ਡਰ ਲੱਥਾ ਵੀ ਆ, ਪਰ ਅਜੇ ਨਹੀਂ ਵੀ ਲੱਥਾ। ਤੇਰਾ ਤਾਂ ਸਾਰਾ ਲੈ ਗਿਆ ਏ ਨਾ ਮਾਂ ਜੀ। ਵਿਰਾਈ, ਇੱਕ ਦਿਨ ਇਸੇ ਤਰ੍ਹਾਂ ਦੀ ਡਰ ਦੀ ਕੋਈ ਗੱਲ ਮੈਂ ਵੀ ਗੁਰੂ ਅੰਗਦ ਦੇਵ ਜੀ ਨੂੰ ਆਖੀ ਸੀ। ਉਹਨਾਂ ਨੇ ਉੱਤਰ ਵਿੱਚ ਆਪਣਾ ਸਲੋਕ ਉਚਾਰਿਆ ਸੀ। ਜਿੰਨਾ ਭਾਉ ਤਿਨ ਨਾਹੇ ਭਾਉ, ਮੁਝ ਭਾਉ ਨਿਭਵਿਆ। ਨਾਨਕ ਇਹ ਪਟੰਤਰਾ ਤਿਤ ਦੀ ਬਾਣ ਗਿਆ। ਹੰਸੋ, ਇਹਦਾ ਦੇ ਅਰਥ। ਵਿਰਾਈ, ਜਿਨ੍ਹਾਂ ਨੂੰ ਡਰ ਹੈ ਉਹਨਾਂ ਨੂੰ ਡਰ ਨਹੀਂ, ਪਰ ਜੋ ਨਿਡਰ ਹਨ ਉਹਨਾਂ ਲਈ ਬਹੁਤ ਭਾਰੀ ਡਰ ਹੈ। ਉਸ ਕਰਤਾ ਪੁਰਖ ਦੀ ਦਰਗਾਹ ਵਿੱਚ ਗਿਆ, ਇਹ ਨਿਰਣਾ ਹੋਣਾ ਹੀ। ਹੰਸੋ, ਤੁਸੀਂ ਤਾਂ ਕਹਿੰਦੇ ਸੀ ਮੌਤ ਤੋਂ ਬੇਡਰ ਹੋਣਾ ਹੈ, ਤੇ ਮੈਂ ਤਤੀ ਨੂੰ ਡਰ ਪਿਆ ਲੱਗਦਾ ਏ। ਡਰ ਲੱਗਣਾ ਫਿਰ ਚੰਗਾ ਹੋਇਆ ਨਾ। ਵਿਰਾਈ, ਦੇਖ ਬੀਬਿਆ, ਇੱਕ ਡਰ ਹੈ ਮੌਤ ਦਾ, ਹਾਏ ਨਾ ਮਰੀਏ। ਜਿੰਦ ਨੂੰ ਚੰਬੜ ਚੰਬੜ ਕੇ ਡਰੀਦਾ ਹੈ ਕਿ ਹਾਏ ਮਰਨੇ ਨਾਲ ਹੀ ਮੁੱਕ ਜਾਸੀ। ਇਹ ਡਰ ਤਾਂ ਜਿੱਤਣਾ ਹੈ। ਦੂਜਾ ਡਰ ਏ ਕਰਤਾਰ ਦਾਤਾਰ ਦਾ। ਜਿਵੇਂ ਬੱਚੇ ਦਾ ਮਾਂ ਨਾਲ ਹੁੰਦਾ ਏ ਪਿਆਰ, ਪਰ ਪਿਓ ਨਾਲ ਹੁੰਦਾ ਏ ਪਿਆਰ ਤੇ ਕੁਛ ਉਸ ਦਾ ਡਰ, ਜਿਸ ਕਰਕੇ ਬਾਲ ਮਾੜੇ ਕੰਮ ਨਹੀਂ ਕਰਦਾ। ਤਿਵੇਂ ਕਰਤਾਰ ਦਾ ਭਾਉ ਯਾਨੀ ਪ੍ਰੇਮ ਤੇ ਭਾਉ ਯਾਨੀ ਡਰ ਦੋਵੇਂ ਆਉਂਦੇ ਹਨ। ਜਿਨ੍ਹਾਂ ਨੂੰ ਮੌਤ ਦਾ ਭਾਉ ਆਉਂਦਾ ਹੋਵੇ ਡਰਦੇ ਖਪਦੇ ਹਨ, ਪਰ ਜੇ ਇਹ ਡਰ ਜਿੱਤਣਾ ਚਾਹਣ ਤਾਂ ਉਹ ਮੌਤ ਬਰਹੱਕ ਸਮਝ ਕੇ ਪਰਮੇਸ਼ਰ ਦਾ ਭਾਉ ਧਾਰਦੇ ਹਨ। ਉਹ ਮਾੜੇ ਕਰਮ ਨਹੀਂ ਕਰਦੇ। ਹਾਂ, ਉਹਨਾਂ ਦੇ ਕਰਮ ਨਿਰਮਲ ਹੋ ਜਾਂਦੇ ਹਨ। ਉਹ ਦਰਗਾਹ ਜਾ ਕੇ ਨਿਰਭੈ ਹੁੰਦੇ ਹਨ। ਪਰ ਜਿਨ੍ਹਾਂ ਨੂੰ ਵਾਹਿਗੁਰੂ ਦਾ ਭਾਉ ਨਹੀਂ, ਉਹ ਕਰਮ ਮਾੜੇ ਕਰਦੇ ਹਨ। ਉਹਨਾਂ ਲਈ ਦਰਗਾਹ ਜਾ ਕੇ ਬਹੁਤ ਭਾਉ ਹੋ ਗਿਆ ਕਿ ਨਾ, ਫਲ ਜੋ ਦੁੱਖ ਆ ਲੱਗਣਗੇ ਆਪਣੇ ਮਾੜੇ ਕੀਤਿਆਂ ਕਰਮਾਂ ਨੂੰ। ਹੰਸੋ, ਸੱਚ ਮਾਂ ਜੀ ਸੱਚ, ਸੋਚ ਕੇ
ਫਿਰ ਮਾਂ ਜੀ ਅੱਠੇ ਪੈਰ ਮੌਤ ਨੂੰ ਅੱਖਾਂ ਅੱਗੇ ਰੱਖੀਏ ਜੋ ਕਰਮ ਮਾੜੇ ਨਾ ਹੋਣ। ਐਉਂ ਤਾਂ ਬੰਦਾ ਬਿਨ ਆਈ ਪਿਆ ਸੁੱਖ ਸੁੱਖ ਮਰੇਗਾ। ਵਿਰਾਈ ਮੁਸਕਰਾ ਪਈ। ਦੇਖ ਕਾਕੋ, ਥੋੜੇ ਦਿਨ ਹੋਏ ਤਾਂ ਇੱਕ ਦਿਨ ਗੁਰੂ ਜੀ ਨੇ ਮੇਰੇ ਬੈਠਿਆਂ ਇੱਕ ਸਲੋਕ ਲਿਖਿਆ ਸੀ। ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਸ ਦਾ ਗੂੜ ਭਾਵ ਇਹ ਨਹੀਂ ਕਿ ਬੱਕਰੇ ਨੂੰ ਦਿਸਦੇ ਸ਼ੇਰ ਵਾਂਗੂ ਹਰ ਵੇਲੇ ਮੌਤ ਦਿਸਦੀ ਤੇ ਸਹਿਮਾਂ ਵਿੱਚ ਨੱਪੀ ਰੱਖੇ, ਸਗੋਂ ਇਹ ਕਿ ਜਿਨ੍ਹਾਂ ਨੇ ਇਹ ਗੱਲ ਸੱਚਮੁੱਚ ਲਿਖ ਲਈ ਹੈ, ਇਹ ਜੀਵਨ ਸਦਾ ਦਾ ਮੁਕਾਮ ਨਹੀਂ। ਉਹ ਫਸ ਮਰਨ ਵਾਲੇ ਅਡੰਬਰ ਨਹੀਂ ਰਚਦੇ। ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਸੀ ਕਿ ਇਹ ਜੀਵਨ ਸਦਾ ਦਾ ਮੁਕਾਮ ਨਹੀਂ, ਇਹ ਸਾਡੇ ਪਿਛਲੇ ਅਗਲੇ ਜੀਵਨ ਵਿੱਚ ਇੱਕ ਮੁਸਾਫਰੀ ਦਾ ਸਫਰੀ ਮੁਕਾਮ ਹੈ। ਮੁਕਾਮ ਉਹ ਹੈ ਜਿੱਥੇ ਨੇਚਲ ਹੋ ਕੇ ਰਹਿਣਾ ਹੈ। ਮੁਕਾਮ ਕਰ ਘਰ ਬੈਸਣਾ, ਨਿਤ ਚਲਣੇ ਕੀ ਧੋਖ, ਮੁਕਾਮ ਤਾਂ ਪਰ ਜਾਣੀਏ ਜਾਂ ਰਹਿ ਨਿਹਚਲ ਲੋਕ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਗੱਲ ਸਾਧਾਰਨ ਤੌਰ ਤੇ ਤਾਂ ਲੋਕੀ ਜਾਣਦੇ ਹਨ ਕਿ ਚੱਲਣਾ ਹੈ ਇੱਥੋਂ, ਪਰ ਉਹ ਠੀਕ ਤਰ੍ਹਾਂ ਜਾਂ ਸੱਚ ਕਰਕੇ ਨਹੀਂ ਜਾਣਦੇ। ਜੇ ਗੌ ਕਰਕੇ ਜਾਂ ਠੀਕ ਕਰਕੇ ਜਾਣਨ ਤਾਂ ਮਾੜੇ ਕਰਮ ਕਿਉਂ ਕਰਨ। ਜੋ ਮਾੜੇ ਕਰਦੇ ਹਨ ਉਹ ਜਾਣਦੇ ਤਾਂ ਹਨ, ਪਰ ਸੱਚ ਕਰਕੇ ਠੀਕ ਕਰਕੇ ਨਹੀਂ ਜਾਣਦੇ। ਜਿਸ ਨੇ ਇੱਕ ਵੇਰ ਸੱਚ ਕਰ ਜਾਣ ਲਿਆ, ਉਹ ਮਾੜੇ ਕੰਮ, ਉਲਝਣਾਂ ਦੇ ਕੰਮ, ਜੰਜਾਲਾਂ ਵਿੱਚ ਫਸਾ ਦੇਣ ਵਾਲੇ ਕੰਮ ਨਹੀਂ ਕਰਦਾ। ਉਹ ਨੇਕੀ ਕਰਦਾ ਤੇ ਸਿਫਤ ਸਲਾਹ ਨਾਮ ਵਿੱਚ ਲੱਗਦਾ। ਪਰ ਜਿਨ੍ਹਾਂ ਨੇ ਚੱਲਣਾ ਤਾਂ ਨੜੋਇਆ ਤੇ ਜਾ ਕੇ ਡਿੱਠਾ ਤੇ ਸਮਝਿਆ ਵੀ ਹੈ, ਪਰ ਘਰ ਆ ਕੇ ਚੱਲਣ ਦੀ ਸਾਰ ਨਹੀਂ ਸਮਝੀ, ਉਹ ਜੰਜਾਲਾਂ ਵਿੱਚ ਆਪ ਨੂੰ ਵਿਹੜਦੇ ਹਨ ਤੇ ਸਾਰੀ ਉਮਰ ਉਹਨਾਂ ਦੇ ਖੋਲਣ ਸਵਾਰਨ ਵਿੱਚ ਖਚਤ ਹੀ ਚਲੇ ਜਾਂਦੇ ਹਨ। ਹੰਸੋ, ਚੱਲਣ ਦੀ ਸਾਰ ਕੀ ਹੋਈ? ਵਿਰਾਈ, ਦੇਖ ਕਾਕੋ, ਜੇ ਮੌਤ ਨਾ ਹੁੰਦੀ ਤਾਂ ਜਗਤ ਵਿੱਚ ਤਾਪ, ਧੱਕਾ, ਜ਼ੋਰ, ਜ਼ੁਲਮ ਹੋਣ ਤੋਂ ਬਹੁਤ ਵੱਧ ਹੁੰਦਾ। ਮੌਤ ਹੈ ਕਿ ਜੋ ਸਭ ਦੇ ਜੀਵਨ ਨੂੰ ਕਿਸੇ ਹੱਦਬੰਦੀ ਵਿੱਚ ਤੋੜਦੀ ਹੈ। ਕਿਉਂਕਿ ਮਰਨਾ ਹੈ ਇਹ ਜਾਣਦੇ ਤਾਂ ਸਾਰੇ ਹਨ ਤੇ ਮਰਨੋਂ ਡਰਦੇ ਵੀ ਸਾਰੇ ਹਨ, ਪਰ ਸਾਰ ਉਹਨਾਂ ਨੇ ਪਛਾਣੀ ਹੈ ਜਿਨ੍ਹਾਂ ਨੇ ਮੌਤ ਦਾ ਭੈ ਚੁੱਕਾ ਜਾਣ ਦਾ ਰਾਹ ਫੜਿਆ ਹੈ। ਮਾੜੇ ਕਰਮਾਂ ਤੋਂ ਬਚਣਾ, ਨੇਕੀ ਕਰਨੀ, ਆਪਣੇ ਆਪ ਨੂੰ ਜੋਤ ਰੂਪ ਪਛਾਣਨ ਦਾ ਉਦਮ ਕਰਨਾ, ਐਸੇ ਉਦਮ ਵਾਲਿਆਂ ਨੇ ਸਾਰ ਪਛਾਣੀ ਹੈ। ਸੋ ਜਿਨ੍ਹਾਂ ਚੱਲਣ ਦੀ ਸਾਰ ਜਾਣੀ ਉਹਨਾਂ ਨੇ ਹਾਏ ਮੈਂ ਨਾ ਮਰਨ ਦਾ ਡਰ ਜਿੱਤ ਲਿਆ ਹੈ। ਫਿਰ ਕਿਵੇਂ ਵਾਹਿਗੁਰੂ ਜੀ ਨੂੰ ਮਿਲ ਪਾਵਾਂ ਤੇ ਉਹ ਗੱਲਾਂ ਨਾ ਕਰਾਂ ਜਿਨ੍ਹਾਂ ਦੇ ਕਰਨੇ ਕਰਕੇ ਆਪਣੇ ਆਪੇ ਤੋਂ ਖੁੰਝ ਜਾਵਾਂ ਤੇ ਪਰਮ ਆਪੇ ਨੂੰ ਮਿਲਣੋਂ ਵਾਂਝਿਆ ਰਹਾਂ। ਇਹ ਨਿਰਮਲ ਭਾਉ ਆਪਣੇ ਮਨ ਵਿੱਚ ਰੱਖ ਲਿਆ ਹੈ। ਉਹ ਹਾਏ ਨਾ ਮਰਾਂ ਦਾ ਮਨੋਂ ਕਲੇਸ਼ ਜਿੱਤ ਲੈਂਦੇ ਹਨ। ਹੰਸੋ, ਕਿੱਡੇ ਬਰੀਕ ਬਰੀਕ ਫਰਕ ਹਨ। ਅਸਾਂ ਅਲੜਾਂ ਨੂੰ ਕੀ ਸਾਰ। ਤਦੇ ਤੁਸੀਂ ਮਰਨੇ ਦੀਆਂ ਐਉਂ ਗੱਲਾਂ ਪੇ ਕਰਦੇ ਹੋ ਜਿਵੇਂ ਕਿਸੇ ਕੁੜੀ ਨੇ ਪੇਕੇ ਜਾਣਾ ਹੁੰਦਾ ਹੈ। ਰੱਤਾ ਡਰ ਭਾਉ ਨਹੀਂ। ਵਿਰਾਈ, ਡਰ ਕਿਉਂ ਨਹੀਂ ਬੀਬਿਆ? ਲੰਮਾ ਸਾਹ ਲੈ ਕੇ, ਮੈਂ ਕਿਸ ਬਾਗ ਦੀ ਮੂਲੀ ਹਾਂ। ਵੱਡੇ ਵੱਡੇ ਪੇ ਡਰਦੇ ਹਨ। ਰੋਵੈ ਸ਼ੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਪੀਰ। ਭਾਵ ਇਹ ਕਿ ਕਿਵੇਂ ਸਾਡਾ ਅੰਤ ਸਵਰੇ। ਇਹ ਭਾਵ ਨਿਰਮਲ ਭਾਵ ਹੁੰਦਾ ਹੈ ਜੋ ਭਜਨ ਬੰਦਗੀ ਵਿੱਚ ਲਾ ਦਿੰਦਾ ਹੈ। ਤੂੰ ਮਖਦੂਮ ਬਹਾਉਦੀਨ ਦੀ ਸਾਖੀ ਨਹੀਂ ਸੁਣੀ ਜੋ ਮੇਰੇ ਗੁਰੂ ਜੀ ਤੋਂ 40 ਦਿਨ ਪਹਿਲੋਂ ਗੁਜ਼ਰਿਆ ਹੈ। ਹੰਸੋ, ਮਾਂ ਜੀ ਮੈਂ ਨਹੀਂ ਸੁਣੀ, ਤੁਸੀਂ ਸੁਣਾਓ ਨਾ। ਵਿਰਾਈ, ਮਖਦੂਮ ਬਹਾਉਦੀਨ ਇੱਕ ਦਿਨ ਮੁਲਤਾਨ ਦੀ ਮਸੀਤ ਵਿੱਚ ਰੋ ਪਿਆ। ਮੁਰੀਦਾਂ ਪੁੱਛਿਆ, ਪੀਰ ਸਲਾਮਤ ਆਪ ਸੁਖੀ ਸਾਂਦੀ ਕਿਉਂ ਰੋਏ? ਉਹਨਾਂ ਕਿਹਾ ਦੱਸਣ ਵਾਲੀ ਗੱਲ ਨਹੀਂ ਹੈ। ਮੁਰੀਦਾਂ ਕਿਹਾ ਜੀ ਕਿਉਂ ਦੱਸਣ ਵਾਲੀ ਨਹੀਂ? ਪੀਰ ਜੀ ਬੋਲੇ ਇਸ ਲਈ ਕਿ ਜੇ ਮੈਂ ਗੱਲ ਦੱਸੀ ਤਾਂ ਤੁਹਾਡਾ ਈਮਾਨ ਠੌਰ ਨਹੀਂ ਰਹੇਗਾ। ਉਹਨਾਂ ਨੇ ਆਖਿਆ ਪੀਰ ਜੀ ਦੱਸੋ ਤਾਂ ਸਹੀ। ਪੀਰ ਨੇ ਕਿਹਾ ਇੱਕ ਹਿੰਦੂ ਹੈ, ਜਦ ਬਹਿਸ਼ਤਾਂ ਵਿੱਚ ਆਵੇਗਾ ਤਾਂ ਉਜਾਲਾ ਹੋਵੇਗਾ ਤੇ ਬਹਿਸ਼ਤਾਂ ਹੋਰ ਰੋਸ਼ਨ ਹੋਣਗੀਆਂ। ਤਦ ਸਭ ਦਾ ਈਮਾਨ ਹਿਲ ਗਿਆ। ਆਖਣ ਲੱਗੇ ਹਿੰਦੂ ਤੇ ਬਹਿਸ਼ਤ ਹਰਾਮ ਦਸੀਦਾ ਹੈ, ਤੁਸਾਂ ਜੀ ਦਾ ਕਿਹਾ ਕਿਵੇਂ ਸੱਚ ਜਾਣੀਏ? ਪੀਰ ਨੇ ਇੱਕ ਰੁਕਾ ਲਿਖ ਦਿੱਤਾ ਤੇ ਕਿਹਾ ਕਿਸੇ ਆਲਮ ਨੂੰ ਘੱਲੋ, ਨਾਨਕ ਗੁਰੂ ਦਾ ਟਿਕਾਣਾ ਪੁੱਛਦਾ
ਰਾਵੀ ਕੰਡੇ ਕਰਤਾਰਪੁਰ ਜਾਵੇ ਤੇ ਜਵਾਬ ਲਿਆਵੇ ਮੇਰੇ ਰੁਕੇ ਦਾ। ਫਿਰ ਤੁਸਾਂ ਨੂੰ ਥੋ ਪੈ ਜਾਸੀ। ਸੋ ਇੱਕ ਆਲਮ ਘੱਲਿਆ ਗਿਆ। ਹੰਸੋ, ਆਲਮ ਕੀ ਹੁੰਦਾ ਏ? ਵਿਰਾਈ, ਪੜ੍ਹਿਆ ਗੁੜਿਆ ਕੋਈ ਵਿਦਿਆਵਾਨ। ਸੋ ਬੀਬੀ ਉਹਨਾਂ ਦਾ ਘੱਲਿਆ ਇੱਕ ਆਦਮੀ ਕਰਤਾਰਪੁਰ ਆਇਆ ਤੇ ਆ ਕੇ ਬਾਹਰ ਬਹਿ ਗਿਆ ਪਿੰਡੋਂ ਵਿਥ ਤੇ ਕਿ ਜੇ ਹਿੰਦੂ ਫਕੀਰ ਪੂਰਾ ਹੈ ਤਾਂ ਮੈਨੂੰ ਆਪ ਸਦਕਾ ਲੈ। ਇਧਰ ਗੁਰੂ ਜੀ ਜਾਣੀ ਜਾਣ ਉਹਨਾਂ ਨੇ ਇੱਕ ਆਦਮੀ ਘੱਲਿਆ ਕਿ ਜਾਓ, ਬਾਗੇ ਵਿੱਚ ਮਖਦੂਮ ਬਹਾਉਦੀਨ ਦਾ ਇੱਕ ਏਲਚੀ ਬੈਠਾ ਹੈ, ਉਸ ਨੂੰ ਸੱਦ ਲਿਆਓ। ਜਾਂ ਆਲਮ ਨੂੰ ਸੁਨੇਹਾ ਪੁੱਜਾ ਤਾਂ ਦਿਲ ਦੀ ਬੁੱਝੀ ਗਈ ਜਾਣ ਕੇ ਈਮਾਨ ਆ ਗਿਆ ਕਿ ਇਹ ਰੱਬ ਦਾ ਪਿਆਰਾ ਦਿਲਾਂ ਦੀਆਂ ਜਾਣਦਾ ਹੈ। ਤੁਰ ਪਿਆ ਤੇ ਆ ਗੁਰੂ ਜੀ ਨੂੰ ਸਿਜਦਾ ਕਰਕੇ ਰੁਕਾ ਅੱਗੇ ਰੱਖਿਆ। ਗੁਰੂ ਬਾਬੇ ਨੇ ਵਾਚਿਆ ਲਿਖਿਆ ਸੀ, ਜੋ ਅਸਾਂ ਲੱਦਣ ਲੱਦਿਆਂ ਸਾਡੀ ਵੀ ਕਰਕਾਏ। ਗੁਰੂ ਜੀ ਆਪ ਜਦੋਂ ਚੱਲੋ ਸਾਨੂੰ ਨਾਲ ਲੈ ਚੱਲਣਾ, ਇਕੱਠੇ ਖੁਦਾਏ ਦੀ ਦਰਗਾਹ ਜਾਈ। ਗੁਰੂ ਜੀ ਨੇ ਜਵਾਬ ਲਿਖਿਆ, ਜੋ ਭਰਿਆ ਸੋ ਲੱਦ ਸੀ ਸਭਨਾ ਹੁਕਮ ਰਜਾਏ। ਨਾਨਕ ਤੇ ਮੁਖ ਉਜਲੇ ਚੱਲੇ ਹੁਕਮ ਕਮਾਏ। ਪੁਰਾਤਨ ਜਨਮ ਸਾਖੀ। ਫਿਰ ਲਿਖਿਆ, ਜੋ ਤੁਸੀਂ ਚੱਲੋ ਅਸੀਂ ਵੀ ਆਵਾਂਗੇ 40 ਦਿਨ ਪਿੱਛੇ। ਆਲਮ ਇਹ ਰੁਕਾ ਲੈ ਕੇ ਦੇਸ਼ ਆ ਗਿਆ ਤਾਂ ਪੀਰ ਜੀ ਦੇ ਅੱਗੇ ਆ ਰੱਖਿਆ। ਜਾਂ ਇਹ ਰੁਕਾ ਪੀਰ ਜੀ ਨੇ ਪੜਿਆ ਤਾਂ ਫਿਰ ਰੋ ਪਿਆ। ਮੁਰੀਦਾਂ ਪੁੱਛਿਆ, ਹੁਣ ਕਿਉਂ ਰੋਏ ਪੀਰ ਜੀ? ਹੁਣ ਤਾਂ ਆਲਮ ਦੇਖ ਆਇਆ, ਮੁਅਜ਼ਮਾ ਲੈ ਆਇਆ, ਸਾਡਾ ਈਮਾਨ ਠੋਰੇ ਆ ਗਿਆ ਹੈ ਕਿ ਨਾਨਕ ਨਬੀ ਹੈ ਪੂਰਾ। ਪੀਰ ਨੇ ਕਿਹਾ, ਉਹਨਾਂ ਦੇ ਲਿਖੇ ਮੂਜਬ ਮੈਂ 40 ਦਿਨ ਪਹਿਲੇ ਜਾਣਾ ਹੈ। 40 ਦਿਨ ਹਨੇਰੇ ਰਹਿਣਾ ਪਵੇਗਾ। ਇਹ ਦਿਨ ਕੀ ਕੌਣ ਗੁਜ਼ਰਾਨ ਹੋਣਗੇ? ਜੇ ਉਹਨਾਂ ਦੇ ਨਾਲ ਮੈਂ ਚੱਲਦਾ ਤਾਂ ਸੁਖੱਲਾ ਚਾਨਣੇ ਨਾਲ ਜਾਂਦਾ। ਇਹ ਕਹਿ ਕੇ ਪੀਰ ਜੀ ਨੇ ਦੇਹ ਤੇ ਆ ਗਈ। ਬੀਬੀਆ, ਐਡੇ ਐਡੇ ਪੀਰਾਂ ਨੂੰ ਲੋੜਾਂ ਹਨ। ਉਹ ਡਰਦੇ ਤੇ ਆਪਣੇ ਤੋਂ ਵੱਡੇ ਦੇ ਆਸਰੇ ਟੋਲਦੇ ਹਨ। ਮੈਂ ਤਾਂ ਗਰੀਬ ਭੁੱਲਣਹਾਰ ਹਾਂ। ਹੰਸੋ, ਪਰ ਜਿਸ ਗੁਰੂ ਨਾਨਕ ਦੇ ਚਾਨਣੇ ਦੀ ਪੀਰ ਨੂੰ ਤਾਂਗ ਸੀ, ਉਸੇ ਗੁਰੂ ਦਾ ਚਾਨਣਾ ਤੁਸਾਨੂੰ ਤਾਂ ਮਿਲਿਆ ਹੋਇਆ ਹੈ। ਵਿਰਾਈ, ਮੈਂ ਆਪਣੇ ਤਾਣ ਤਾਂ ਨਿਤਾਣੀ ਹਾਂ, ਗੁਰੂ ਨਾਨਕ ਦੇ ਤਾਣ ਸਤਾਣੀ ਹਾਂ। ਜਦੋਂ ਮੈਨੂੰ ਗੁਰੂ ਅੰਗਦ ਦੇਵ ਜੀ ਨੇ ਮੇਰਾ ਚੱਲਣ ਸਮਾਂ ਆ ਗਿਆ ਦੱਸਿਆ ਤਾਂ ਮੈਂ ਕਿਹਾ, ਜਿਸ ਰਾਏ ਮਖਦੂਮ ਵਰਗੇ ਕੰਬੇ, ਦਾਤਾ ਆਪਣੇ ਚਾਨਣੇ ਮੈਨੂੰ ਉਸ ਰਾਹੇ ਪਾਰ ਲੰਘਾਉਣਾ। ਤਾਂ ਗੁਰੂ ਜੀ ਬੋਲੇ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਵਾਰਾਸਾ ਮਹਲਾ ਪਹਿਲਾ। ਮੈਂ ਕਿਹਾ, ਹੇ ਮੇਰੇ ਗੁਰੂ, ਹੇ ਮੇਰੇ ਆਪਣੇ ਗੁਰੂ, ਆਪਣੇ ਚਾਨਣੇ ਨਾਲ ਲੰਘਾ। ਤਾਂ ਬੋਲੇ, ਮੇਰੇ ਗੁਰੂ ਨਾਨਕ ਦਾ ਚਾਨਣਾ ਤੇਰੇ ਅੰਗ ਸੰਗ ਹੈ। ਮੈਂ ਫਿਰ ਕਿਹਾ, ਦਾਤਾ ਅੰਤ ਕਾਲ ਪੀੜ ਨਾ ਲੱਗੇ, ਸਹਿਲੇ ਪਾਰ ਲੰਘਾਉਣਾ। ਆਪ ਲੰਘਾਵੀਂ ਦਾਤਾ ਗੁਰੂ। ਗੁਰੂ ਨਾਨਕ ਦੇ ਪਿਆਰੇ ਤਦ ਆਪ ਬੁੱਲਾਂ ਨਾਲ ਤਾਂ ਮੁਸਕਰਾਏ, ਪਰ ਜਲ ਪੀਂਦੇ ਨੈਣਾ ਨਾਲ ਆਪੇ ਵਿੱਚ ਮਗਨ ਹੋ ਗਏ। ਮੈਂ ਸਮਝ ਗਈ ਦਾਤਾ ਮੈਨੂੰ ਪਾਰ ਕਰੇਗਾ। ਬੀਬੀ, ਇਹ ਜੀਵਨ ਬੇੜੀ ਵਾਂਗੂ ਡੋਲਣੀ ਸ਼ੈ ਹੈ। ਪਾਣੀ ਤੇ ਤਰਦੀ, ਪਾਰ ਨੂੰ ਟੁਰੀ ਜਾਂਦੀ ਵੀ ਧਰਤੀ ਵਾਂਗੂ ਅਡੋਲ ਹੋ ਕੇ ਤਾਂ ਨਹੀਂ ਨਾ ਟੁਰਦੀ। ਭਾਵੇਂ ਕਿੰਨੀ ਮਦਮ ਹੋਵੇ ਪਰ ਡੋਲ ਹੁੰਦੀ ਹੀ ਹੈ। ਲੈ ਹੁਣ ਤੇਰੇ ਨਾਲ ਦਿਲ ਦੀਆਂ ਲੈ ਦੇ ਲਈਆਂ ਹਨ। ਕੱਲ ਆਵੀਂ, ਤੈਨੂੰ ਮਾਤਾ ਜੀ ਦੇ ਸਪੁਰਦ ਕਰਦੇ ਹਾਂ। ਗੁਰਮੁਖ ਮਾਤਾ ਜੀ ਦਾ ਮੇਲ ਰੱਖੀ। ਗੁਰੂ ਨੂੰ ਹਰ ਵੇਲੇ ਹਰ ਥਾਂ ਨਹੀਂ ਮਿਲ ਪੁੱਛ ਸਕੀਦਾ। ਗੁਰਮੁਖ ਦਾ ਮੇਲ ਸੌਖਾ ਹੁੰਦਾ ਹੈ। ਗੁਰਮੁਖ ਗੁਰੂ ਨਾਨਕ ਦਾ ਸਾਜਿਆ ਹੁੰਦਾ ਹੈ। ਜਿਵੇਂ ਜੋਗੀਆਂ ਵਿੱਚ ਸਿੱਧ, ਸਿੱਖਾਂ ਵਿੱਚ ਗੁਰਮੁਖ। ਗੁਰਮੁਖ ਦੇ ਸੰਗ ਨਾਲ ਜਪ ਤਪ ਨਾਮ ਸਿਫਤ ਸਲਾਹ ਸਾਰੇ ਕਾਜ ਸੁਹੇਲੜੇ ਹੁੰਦੇ ਹਨ। ਗੁਰਮੁਖ ਸਹਾਈ ਹੁੰਦਾ ਹੈ, ਉਪਕਾਰੀ ਹੁੰਦਾ ਹੈ। ਜੇ ਫਿਰ ਪੁੱਛੇ ਕਿ ਗੁਰਮੁਖ ਕੀ ਹੁੰਦਾ ਹੈ, ਇਹ ਗੁਰੂ ਨਾਨਕ ਦੇਵ ਜੀ ਦੀ ਸਿੱਧ ਗੋਸ਼ਟ ਵਿੱਚ ਆਪ ਜੀ ਨੇ ਆਪ ਦੱਸਿਆ ਹੈ। ਇਹ ਪੋਥੀ ਗੁਰੂ ਅੰਗਦ ਦੇਵ ਜੀ ਨੇ ਅਜਿੱਤੇ ਰੰਧਾਵੇ ਤੋਂ ਮੰਗਵਾ ਲਈ ਹੈ। ਹੁਣ ਇਸ ਦੀ ਕਥਾ ਰੱਖੀ ਜਾਣੀ ਹੈ। ਤੂੰ ਪਤੀ ਸਮੇਤ ਆ ਕੇ ਸੁਣਿਆ ਕਰੀ, ਫਿਰ ਤੈਨੂੰ ਸਾਰਾ ਆ ਜਾਸੀ ਗੁਰਮੁਖ ਕੀ ਹੁੰਦਾ ਹੈ। ਫਿਰ ਤੂੰ ਗੁਰਮੁਖ ਤੇ ਮਨਮੁਖ ਨੂੰ ਪਛਾਣ ਲਿਆ ਕਰਸੇ। ਸੋ ਗੁਰਮੁਖ ਦਾ ਸੰਗ ਕਰਦੀ, ਗੁਰੂ ਬਾਣੀ ਵਿੱਚ ਦੱਸੇ ਚਾਨਣੇ ਵਿੱਚ ਟੁਰਦੀ, ਕਦੇ ਤੂੰ ਵੀ ਗੁਰਮੁਖ ਹੋ ਜਾਸੇ। 23ਵਾਂ ਹੈ ਸੱਚਖੰਡ ਪਿਆਨੇ।
ਛੋਟੀ ਉਮਰੇ ਪੇਕੇ ਘਰ ਵਿੱਚ ਫੇਰੀ ਮਲ ਜੀ ਨੂੰ ਮਾਈ ਵਿਰਾਈ ਵੀਰ ਜੀ ਸੱਦੀ ਤੇ ਸਕੀਆਂ ਭੈਣਾਂ ਵਾਲਾ ਹਿੱਤ ਕਰਦੀ ਹੁੰਦੀ ਸੀ। ਦੋਏ ਧਾਰਮਿਕ ਝੁਕਾਅ ਵਾਲੇ ਜੋ ਸਨ, ਇਸੇ ਕਰਕੇ ਸ੍ਰੀ ਲਹਿਣਾ ਜੀ ਉਹਨਾਂ ਨੂੰ ਭੂਆ ਜੀ ਸੱਦਦੇ ਹੁੰਦੇ ਸਨ। ਜਦੋਂ ਮਤੇ ਦੀ ਸਰਾਂ ਉਜੜ ਗਈ ਤੇ ਪੇਕਾ ਪਰਿਵਾਰ ਸਮਾਪਤ ਹੋ ਗਿਆ ਤਾਂ ਮਾਈ ਨੂੰ ਪੇਕੇ ਪਰਿਵਾਰ ਦੀ ਪਿਆਰੀ ਨਿਸ਼ਾਨੀ ਇਹ ਧਰਮਵੀਰ ਹੀ ਰਹਿ ਗਿਆ ਸੀ। ਜਦੋਂ ਫੇਰੂਮਲ ਜੀ ਵੀ ਚੱਲ ਬਸੇ ਤਾਂ ਮਾਈ ਸ੍ਰੀ ਲਹਿਣਾ ਜੀ ਨੂੰ ਵੀਰ ਕਰਕੇ ਪਿਆਰਨ ਤੇ ਬੁਲਾਉਣ ਲੱਗ ਪਈ। ਜਦੋਂ ਗੁਰੂ ਬਾਬੇ ਨੇ ਇਸ ਵੀਰ ਨੂੰ ਗੱਦੀ ਬਖਸ਼ ਦਿੱਤੀ ਤੇ ਆਪ ਮਾਈ ਦੇ ਘਰ ਆ ਛੁਪੇ ਤਾਂ ਮਾਈ ਨੇ ਉਹ ਸਿੰਘਾਸਨ ਜਿਸ ਉਤੇ ਗੁਰੂ ਨਾਨਕ ਦੇਵ ਜੀ ਨੂੰ ਬਿਠਾਇਆ ਕਰਦੀ ਸੀ, ਗੁਰੂ ਅੰਗਦ ਦੇਵ ਜੀ ਦੇ ਪੇਸ਼ ਕੀਤਾ ਤੇ ਗੁਰੂ ਕਾ ਹੁਕਮ ਦੱਸ ਕੇ ਬਿਠਾਇਆ। ਹੁਣ ਤੋਂ ਮਾਈ ਆਪ ਜੀ ਨੂੰ ਸ੍ਰੀ ਗੁਰੂ ਜੀ ਕਰਕੇ ਮੰਨਣ, ਪੂਜਣ ਤੇ ਬੁਲਾਵਣ ਲੱਗ ਪਈ। ਇਸੇ ਤਰ੍ਹਾਂ ਗੁਰੂ ਜੀ ਨੂੰ ਵੀ ਮਾਈ ਨਾਲ ਪਹਿਲੀ ਸਾਕੇਦਾਰੀ ਵਰਗਾ ਪਿਆਰ ਸੀ, ਜਿਵੇਂ ਸਕੀਆਂ ਭੂਆਂ ਭੈਣਾਂ ਨਾਲ ਹੁੰਦਾ ਹੈ। ਜਦੋਂ ਆਪ ਕਰਤਾਰਪੁਰ ਅਪੜੇ ਤਾਂ ਸਮਝ ਪਈ ਕਿ ਮਾਈ ਤਾਂ ਗੁਰਮੁਖ ਪਦਵੀ ਵਾਲੀ ਮਾਈ ਹੈ। ਜਦੋਂ ਆਪ ਆਤਮ ਅਵਸਥਾ ਵਿੱਚ ਗੁਰੂ ਪਦ ਦੀ ਪਾਰਗ੍ਰਾਮੀ ਅਵਸਥਾ ਤੇ ਪੁੱਜ ਗਏ ਤਾਂ ਮਾਈ ਦੀ ਆਤਮ ਆਰੂੜ ਅਵਸਥਾ ਵੀ ਹਸਤਾਮਲਵਤ ਦਿਸ ਪਈ ਸੀ। ਸੋ ਇਹ ਸਨੇਹ ਆਤਮਿਕ ਸਨੇਹ ਬਣ ਗਿਆ। ਇਸੇ ਤਰ੍ਹਾਂ ਮਾਈ ਹੁਣ ਆਪ ਜੀ ਨੂੰ ਸਾਖਿਆਤ ਗੁਰੂ ਨਾਨਕ ਸਮਝਦੀ ਸੀ ਤੇ ਆਪ ਜੀ ਮਾਈ ਨੂੰ ਗੁਰੂ ਕੀ ਤਾਰੀ ਹੋਈ ਗੁਰਮੁਖ ਦੇਖਦੇ ਤੇ ਪੂਰਨ ਮਹਾਤਮਾ ਸਮਝਦੇ ਸੀ। ਇਸ ਤਰ੍ਹਾਂ ਦਿਨ ਸੋਹਣੇ ਰੰਗਾਂ ਵਿੱਚ ਲੰਘ ਰਹੇ ਸਨ ਕਿ ਇੱਕ ਦਿਨ ਮਾਈ ਨੇ ਸਾਹਿਬਾਂ ਨੂੰ ਕਿਹਾ, ਮੇਰੇ ਦੇਹੋਂ ਹੁਣ ਥੋੜੇ ਲੱਗਦੇ ਹਨ। ਸਾਹਿਬਾਂ ਨੇ ਕਿਹਾ, ਐਸਾ ਹੀ ਹੁਕਮ ਹੈ। ਗੁਰੂ ਜੀ ਮਾਈ ਦੀ ਆਤਮ ਆਰੂੜ ਅਵਸਥਾ ਦੇ ਜਾਣੂ ਸੇ ਤਾਂ ਹੀ ਦੱਸ ਦਿੱਤੋ ਨੇ। ਮਾਈ ਵੀ ਸੁਣ ਕੇ ਘਬਰਾਈ ਨਹੀਂ। ਸ਼ੁਕਰ ਮੰਨਿਆ ਕਿ ਦਾਤੇ ਨੇ ਮਿਹਰ ਕੀਤੀ ਹੈ ਜੋ ਤਿਆਰੀ ਲਈ ਸਮਾਂ ਦੇ ਦਿੱਤਾ ਹੈ, ਤੇ ਸ਼ੁਕਰ ਹੈ ਕਿ ਮੈਂ ਪਰਿਵਾਰ ਵਿੱਚੋਂ ਤੇ ਸਤਸੰਗ ਵੱਲੋਂ ਭਰਿਆ ਮੇਲਾ ਛੱਡਣ ਲੱਗੀ ਹਾਂ। ਸਭ ਤੋਂ ਪਹਿਲਾਂ ਗੁਰਮੁਖ ਵਿਰਾਈ ਨੇ ਹੰਸੋ ਨੂੰ ਤਿਆਰ ਕੀਤਾ ਤੇ ਉਸ ਦੀ ਸਪੂਣੀ ਮਾਤਾ ਜੀ ਨੂੰ ਕੀਤੀ। ਮਾਈ ਨੇ ਜਿਵੇਂ ਹੰਸੋ ਨਾਲ ਲੰਮੀ ਵਿਚਾਰ ਕੀਤੀ ਤੇ ਉਸ ਤੋਂ ਵਾਂਡੇ ਟੁਰਨ ਵਾਲੇ ਵਾਂਗੂ ਵਿਦਾਇਗੀ ਲੀਤੀ। ਇਸੇ ਤਰ੍ਹਾਂ ਆਪਣੇ ਨਿੱਜ ਪਰਿਵਾਰ ਤੇ ਪਿਆਰਿਆਂ ਨਾਲ ਗੱਲਾਂ ਬਾਤਾਂ ਕਰਕੇ ਵਿਦਾਇਗੀ ਲਈ। ਸਭਨਾਂ ਨਾਲ ਵਿਵਹਾਰਕ ਗੱਲਾਂ ਵੀ ਮੁਕਾ ਲਈਆਂ ਤੇ ਦੇਣੇ ਦਿਵਾਣੇ ਵੀ ਦੇ ਦਿੱਤੇ। ਹਰ ਤਰ੍ਹਾਂ ਦੀ ਸੁਰਖਰੋਈ ਕਰਕੇ ਤੇ ਸਭ ਦੇ ਮਨ ਆਪਣੀ ਵੱਲੋਂ ਟਿਕਾ ਕੇ ਮਾਈ ਨੇ ਕਹਿ ਦਿੱਤਾ ਕਿ ਹੁਣ ਮੇਰੇ ਨਾਲ ਕੋਈ ਵਿਵਹਾਰਕ ਗੱਲਬਾਤ ਨਾ ਕਰੇ। ਹੁਣ ਜੇ ਕੋਈ ਕਰਦਾ ਤਾਂ ਮਾਈ ਆਖਦੀ ਮੈਂ ਮੁਸਾਫਰ ਹਾਂ। ਮੁਸਾਫਰਾਂ ਨਾਲ ਨੇਹੋ ਨਹੀਂ ਲਾਈਦੇ। ਮੇਰੇ ਧਿਆਨ ਨੂੰ ਅੰਦਰੋਂ ਬਾਹਰ ਨੂੰ ਨਾ ਖਿੱਚੋ। ਇਸ ਨੂੰ ਆਪਣੇ ਵਿੱਚ ਇਕੱਠਾ ਹੋਣ ਦਿਓ। ਮੈਨੂੰ ਸਮਝੋ ਤੀਰਥ ਯਾਤਰਾ ਨੂੰ ਚੱਲੀਆਂ, ਮੇਰੇ ਜਾਣੇ ਦਾ ਸ਼ੌਕ ਨਹੀਂ ਕਰਨਾ। ਜਿਵੇਂ ਤੀਰਥਾਂ ਤੇ ਸੱਜਣਾ ਨੂੰ ਸ਼ਗਨਾਂ ਸਵਾਰਥਾਂ ਨਾਲ ਟੋਰੀਦਾ ਹੈ ਤੇ ਰੁਦਨ ਨਹੀਂ ਕਰੀਦਾ। ਸੁਖ ਮਨਾਈਦਾ ਹੈ ਕਿ ਰਾਜ਼ੀ ਖੁਸ਼ੀ ਘਰ ਮੁੜ ਆਵੇ। ਤਿਵੇਂ ਤੁਸੀਂ ਸੁੱਖਾਂ ਮਨਾਓ ਕਿ ਤੁਹਾਡਾ ਜੀਵਨ ਪਵਿੱਤਰ ਬਤੀਤ ਹੋਵੇ, ਜੋ ਤੁਸੀਂ ਵੀ ਸੁੱਖਾਂ ਨਾਲ ਉੱਥੇ ਅਪੜੋ ਜਿੱਥੇ ਮੈਂ ਜਾਣਾ ਹੈ। ਹਾਂ, ਫਰਕ ਇਤਨਾ ਹੀ ਹੈ ਨਾ ਕਿ ਤੀਰਥ ਯਾਤਰਾ ਤੇ ਗਿਆ ਯਾਤਰੀ ਯਾਤਰਾ ਕਰਕੇ ਮੁੜ ਘਰ ਆਉਂਦਾ ਹੈ। ਇੱਥੇ ਯਾਤਰੀ ਨੇ ਨਹੀਂ ਮੁੜ ਕੇ ਆਉਣਾ, ਪਰ ਤੁਸਾਂ ਉੱਥੇ ਆਉਣਾ ਹੈ ਜਿੱਥੇ ਯਾਤਰੀ ਚੱਲਿਆ ਹੈ। ਸੋ ਆਪਣੀ ਸੁੱਖ ਮਨਾਓ ਜੋ ਤੁਸੀਂ ਸੁੱਖਾਂ ਨਾਲ ਅਪੜੋ, ਜਦੋਂ ਕਿ ਤੁਹਾਡੀ ਵਾਰੀ ਉੱਥੇ ਆਉਣ ਦੀ ਆਵੇ। ਇੱਕ ਦਿਨ ਮਾਈ ਨੇ ਕਿਹਾ, ਦੇਖੋ ਛਿਨ ਛਿਨ ਕਰਕੇ ਸਾਡਾ ਕਾਲ ਜਾ ਰਿਹਾ ਹੈ ਤੇ ਛਿਨ ਛਿਨ ਵਿੱਚ ਅਸੀਂ ਭੁੱਲ ਵਿੱਚ ਰਹਿੰਦੇ ਹਾਂ। ਹੁਣ ਜੇ ਅਸੀਂ ਛਿਨ ਛਿਨ ਵਿੱਚ ਯਾਦ ਰੱਖੀਏ ਤਾਂ ਭੁੱਲ ਹਟ ਗਈ। ਭੁੱਲ ਹਟ ਗਈ ਤਾਂ ਛਿਨ ਛਿਨ ਯਾਦ ਵਾਲੀ ਹੋ ਗਈ। ਯਾਦ ਵਾਲੀ ਛਿਨ ਸਫਲ ਹੈ। ਛਿਨ ਕਾਲ ਦਾ ਹਿੱਸਾ ਹੈ। ਜੇ ਹਰ ਛਿਨ ਸਫਲ ਹੋ ਗਈ ਤਾਂ ਸਾਰਾ ਕਾਲ ਕਹੋ, ਉਮਰਾਂ ਕਹੋ ਸਫਲ ਹੋ ਗਈ। ਇਸ ਤਰ੍ਹਾਂ ਦੇ ਸਾਰੇ ਉਪਦੇਸ਼ਾਂ ਵਿੱਚ ਤਾਂ ਮਾਈ ਗੱਲਬਾਤ ਕਰਦੀ, ਪਰ ਥੋੜੀ। ਮਾਈ ਬਹੁਤ ਸਮਾਂ ਆਪਣੇ ਆਪੇ ਵਿੱਚ ਨਿਮਗਨ ਰਹਿੰਦੀ। ਸਰੀਰ ਨੂੰ ਔਹਰ ਕੋਈ ਨਹੀਂ ਦੀਦੀ, ਪਰ ਸਰੀਰ ਦਿਨੋਂ ਦਿਨ ਆ ਮੁਹਾਰਾ ਨਿਰਬਲ ਹੁੰਦਾ ਜਾਂਦਾ ਸੀ। ਇਤਨਾ ਕਿ ਗੁਰਦੁਆਰੇ ਜਾਣ ਦੀ ਆਸੰਗ ਵੀ ਰਹਿ ਗਈ। ਸਭ ਤੋਂ ਵੱਧ ਪਿਆਰ ਮਾਈ ਨਾਲ ਮਾਤਾ ਖੀਵੀ ਜੀ ਨੇ ਕੀਤਾ। ਰੋਜ਼ ਇੱਕ ਫੇਰਾ ਪਾਉਣਾ ਤੇ ਵਾਹਿਗੁਰੂ ਯਸ਼ ਦੀਆਂ ਗੱਲਾਂ ਕਰਨੀਆਂ। ਹੰਸੋ ਤਾਂ ਆ ਹੀ ਰਹੀ ਕੋਲ। ਉਸ ਦਾ ਪਤੀ ਖਡੂਰੇ ਆ ਗਿਆ ਸੀ। ਇਸੇ ਤਰ੍ਹਾਂ ਗੁਰਮੁਖ ਗੁਰਸਿੱਖ ਭਾਈ ਬੁੱਢੇ ਵਰਗੇ ਇਹ ਸਮਝ ਕੇ ਕਿ ਆਪਣਾ ਇੱਕ ਸਤਸੰਗੀ ਸਦਾ ਦੇ ਘਰ ਨੂੰ ਚੱਲਿਆ ਹੈ, ਘਰ ਆ ਮਿਲਦੇ।
ਜਿਨ੍ਹਾਂ ਨੂੰ ਮਿਲ ਕੇ ਮਾਈ ਬੜੀ ਪ੍ਰਸੰਨ ਹੁੰਦੀ। ਉਹਨਾਂ ਦਾ ਨੇਕ ਪ੍ਰਭਾਵ ਤੇ ਉਹਨਾਂ ਦੀ ਅਸੀਸ ਦਾ ਸੁਖ ਮਾਣਦੀ। ਕਦੇ ਬਿਨੈ ਕਰਦੀ ਗੁਰਮੁਖੋ, ਪਾਰਗ੍ਰਾਮੀ ਸਜਣੋ, ਅਸੀਸ ਦਿਓ ਮੇਰੀ ਤੋੜ ਨਿਭੇ, ਜੋ ਹੁਣ ਨਾ ਕਿਤੇ ਭੁੰਗ ਪਵੇ ਤੇ ਨਾ ਕੋਈ ਭੰਗ ਪਵੇ। ਆਸ਼ੀਰਵਾਦ ਦਿਓ ਕਿ ਮਿਲਾਂ ਤੇ ਫਿਰ ਨਾ ਵਿਛੜਾਂ। ਭਾਈ ਬੁੱਢੇ ਨੇ ਇੱਕ ਦਿਨ ਆਖਿਆ, ਮਾਈ ਜੀ ਆਪ ਤੇ ਗੁਰੂ ਨਾਨਕ ਦੀ ਮਿਹਰ ਸੀ, ਉਹਨਾਂ ਨੇ ਭਗਤੀ ਗਿਆਨ ਸਾਰੇ ਗੁਣ ਆਪ ਨੂੰ ਬਖਸ਼ੇ। ਆਪ ਜੀ ਨੇ ਦੂਸਰੇ ਗੁਰੂ ਸਾਹਿਬਾਂ ਨੂੰ ਪਹਿਲੋਂ ਭਤੀਜਾ ਫਿਰ ਵੀਰ ਕਰਕੇ ਪਿਆਰਿਆ ਤੇ ਸਤਕਾਰਿਆ। ਹੁਣ ਗੁਰੂ ਨਾਨਕ ਸਾਖਿਆਤ ਜਾਣ ਕੇ ਪੂਜਦੇ, ਪਿਆਰਦੇ ਤੇ ਸਤਕਾਰਦੇ ਹੋ। ਉਹਨਾਂ ਦੀ ਆਪ ਤੇ ਪੂਰਨ ਕਿਰਪਾ ਹੈ। ਅਸੀਂ ਸਾਰੇ ਗੁਰਸਿੱਖ ਆਪ ਦੀ ਗੁਰਮੁਖਤਾਈ ਦਾ ਸਤਕਾਰ ਕਰਦੇ ਹਾਂ। ਇਹ ਬੜੀ ਰਹਿਮਤ ਹੋਈ ਹੈ ਕਿ ਆਪ ਜੀ ਨੂੰ ਆਪਣੀ ਤਿਆਰੀ ਦਾ ਪਹਿਲੋਂ ਪਤਾ ਪੈ ਗਿਆ ਹੈ। ਫਿਰ ਅੰਤਕਾਲ ਦੀ ਪੀੜਾ ਕੋਈ ਨਹੀਂ ਵਿਆਪੀ। ਸੁਖ ਸਹਿਜ ਛੇਤੀ ਘਰ ਜਾ ਰਹੇ ਹੋ। ਠੀਕ ਘਰ ਜਾਣ ਵਾਂਗੂ ਤਿਆਰੀ ਕਰ ਲਈ ਹੈ ਨੇ। ਸਾਡੀ ਅਰਦਾਸ ਹੈ ਕਿ ਗੁਰੂ ਪਰਮੇਸ਼ਰ ਆਪ ਦੇ ਸਦਾ ਸਹਾਈ ਹੋਣ ਤੇ ਆਪ ਜੀ ਨੂੰ ਸਾਹਿਬ ਅਕਾਲ ਪੁਰਖ ਦਾ ਸੰਪੂਰਨ ਮੇਲ ਪ੍ਰਾਪਤ ਹੋਵੇ। ਇਸ ਤਰ੍ਹਾਂ ਦੀਆਂ ਅਸੀਸਾਂ ਤੇ ਅਰਦਾਸਾਂ ਦੀ ਦਾਤ ਗੁਰਮੁਖਾਂ ਤੋਂ ਮਿਲਦੀ। ਇਸੇ ਤਰ੍ਹਾਂ ਦੇ ਸਤਸੰਗ ਦੇ ਸਾਏ ਵਿੱਚ ਮਾਈ ਦੀ ਸਰੀਰਕ ਸਤਿਆ ਸਿਮ ਦੇ ਘੜੇ ਵਿੱਚੋਂ ਪਾਣੀ ਦੇ ਸਨੇ ਸਨੇ ਘਟਦੇ ਜਾਣ ਵਾਂਗੂ ਘਟ ਰਹੇ ਸੀ। ਸਾਹਿਬ ਇਹ ਗੱਲ ਜਾਣਦੇ ਸਨ। ਇਸ ਕਰਕੇ ਕਿਸੇ ਕਿਸੇ ਦਿਨ ਆਪ ਹੀ ਮਾਈ ਦੇ ਘਰ ਚਲੇ ਜਾਂਦੇ। ਜਿਵੇਂ ਇੱਕ ਥਾਂ ਖੜੇ ਨੂੰ ਨਿਹਾਲਾਂ ਨੂੰ ਸਿੰਚਣ ਲਈ ਮਾਲੀ ਆਪ ਫੁਹਾਰਾ ਲੈ ਕੇ ਆ ਪਹੁੰਚਦਾ ਹੈ। ਆਪ ਦਾ ਆਉਣਾ ਬਰਕਤਾਂ ਦਾ ਘਰ ਸੀ। ਕਿਸੇ ਵੇਲੇ ਕੋਈ ਵਾਰਤਾਲਾਪ ਕਰਦੇ ਤਾਂ ਮਾਈ ਦਾ ਸਵਰਨ ਵਾਂਗੂ ਸੁਥਰਾ ਮਨ ਹੋਰ ਲਿਸ਼ਕਾਂ ਵਿੱਚ ਆ ਜਾਂਦਾ। ਗੁਰੂ ਕੀ ਇਹ ਮਿਹਰ ਵੇਖ ਕੇ ਪਿੰਡ ਦੇ ਲੋਕੀ ਅਚਰਜ ਰਹਿ ਜਾਂਦੇ ਕਿ ਇਹ ਕੈਸਾ ਗਰੀਬ ਨਿਵਾਸ ਸਤਸੰਗ ਹੈ। ਸਾਹਿਬ ਦਾਸਾਂ ਦੇ ਘਰ ਤਾਰਨ ਲਈ ਆਪ ਆਉਂਦਾ ਹੈ। ਗੁਰੂ ਨਾਨਕ ਨੇ ਕੈਸਾ ਇੱਕ ਲੈ ਲਹਾਉਂਦਾ ਉਪਬਨ ਇਸ ਜਗਤ ਦੇ ਰੇਤ ਥੱਲੇ ਵਿੱਚ ਪਾਲਿਆ ਹੈ। ਆਪ ਆਪਣੇ ਨਿਹਚਲ ਆਸਣ ਦਾ ਮਾਲਕ ਹੈ, ਜਿਸ ਅੱਗੇ ਜਗਤ ਨਿਉਂਦਾ ਹੈ। ਪਰ ਦੇਖੋ ਕਿਕੂ ਦਾ ਭਗਤ ਵਛਲ ਹੈ ਕਿ ਆਪਣੇ ਤੋਂ ਸਦਕੇ ਹੋਣ ਵਾਲੇ ਦਾਸਾਂ ਦੇ ਘਰ ਆਪ ਤੁਰ ਕੇ ਆਉਂਦਾ ਹੈ। ਗੁਰਮੁਖ ਸਮਝਦੇ ਸਨ ਕਿ ਆਤਮਿਕ ਦੁਨੀਆ ਦਾ ਸ਼ਾਹ ਆਪਣੇ ਦਾਸਾਂ ਨੂੰ ਐਨ ਲੋੜ ਵੇਲੇ ਆਤਮ ਤ੍ਰਿਪਤੀ ਦੇ ਸਾਮਾਨ ਦੇ ਰਿਹਾ ਹੈ। ਹਾਂ, ਦਾਤਾ ਪੁੱਗੀ ਨਰਦ ਦੀ ਰਖਵਾਲੀ ਕਰ ਰਿਹਾ ਹੈ ਕਿ ਇਹ ਹੁਣ ਆਪਣੇ ਸਦਾ ਦੇ ਘਰ ਸੁਖਪੂਰਵਕ ਅਪੜ ਜਾਵੇ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਮ, ਜਾਏ ਪਹੁੰਚੇ ਖਸਮ ਕੋ, ਜੋ बीच न खाई काम। कैसी रखवाली हो रही है कि कांब खादे बिना ये पक गया अंब मालक दे दर अपड़ पवे, ज्यों दा त्यों लह लह करदा। एक दिन अमृत वेले श्री गुरु जी अपनी समाधि तो उठ के दीवान विच नहीं गए, सगों माई दे घर जा पहुंचे। माई दे नैण बंद से बेआहट कीते आप पास आके बैठ गए। कुछ चिर मगरों हजूर दे प्रकाश ने माई दे नैण खोल ले ते माई सतगुर वल तकी। हथ जुड़ गए। उठण दी आसंग नहीं, पर तकी तकी तकी। फिर नैणा दे छप्पर अपना भार ना सहार सके, ढह पे ते बंद हो गए। फिर अत धीमी आवाज आई, धन गुरु नानक। फिर दोए जुड़े हथ छाती ते टिक गए। फिर नैण खुले, अत अलसाए होए ते डिठों ने दीदार दाते दा, गुरु तारनहार गुरु दा। पंगरे सोने वांगू प्यार अगे पंगरे सतगुर दे नैण दिव्य चमक विच चमके ते सद होई। जां सुख तां शौरावियो, दुख भी संभालियोए। नानक कह सियाणीए, इउं कंत मिलावा होए। इउं कंत मिलावा होए, इउं कंत मिलावा होए। ਇਹ ਵਾਕ ਉਚਰੀਂਦੇ ਗਏ, ਕੰਨਾਂ ਤੇ ਪੈਂਦੇ ਅੰਦਰ ਲੰਘਦੇ ਗਏ। ਮਾਈ ਦੇ ਨੈਣ ਫਿਰ ਨਹੀਂ ਖੁੱਲੇ। ਹੁਣ ਬੁੱਲ ਵੀ ਫਰਕ ਦੇ ਖੜੋ ਗਏ। ਤਾਰਨਹਾਰ ਦਾਤਾ ਦੇ ਮੂੰਹੋਂ ਸਦ ਉੱਠੀ, ਉਰਵਾਰ ਪਾਰ ਮੇਰਾ ਸ਼ੌ ਵਸੈ, ਹਉ ਮਿਲੋਂਗੀ ਬਾਹਾਂ ਪਸਾਰ। ਇੱਕ ਪਲ ਚੁੱਪ ਰਹਿ ਕੇ ਮੋਤੀ ਕੇਰਨ ਵਾਲੇ ਮੁਖਾਰਬਿੰਦ ਤੋਂ ਫਿਰ ਮੱਧਮ ਸੁਰ ਵਿੱਚ ਸਦ ਉੱਠੀ, ਨਾਨਕ ਸਦਾ ਸੁਹਾਗਣੀ, जिन ज्योति जोत समाए, ज्योति जोत समाए, ज्योति जोत समाए, जोत समाए समाए। गुरु रू प्यारी साध संगत जी,
इस लिखत का अगला हिस्सा जिन्हों अगे पढ़ के सरवण कराने की कोशिश करांगे जी। वाहिगुरू जी का खालसा, वाहिगुरू जी की फतेह।